ਸਤਿ ਸ੍ਰੀ ਅਕਾਲ। ਐਗਜ਼ਾਮ ਪਲੱਸ ਐਜੂਕੇਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਮਿਲ ਕੇ ਦੇਖਾਂਗੇ 26 ਮਾਰਚ 2026 ਦੇ ਕੁਝ ਖਾਸ ਕਰੰਟ ਅਫੇਅਰਸ। ਚਲੋ ਫਿਰ ਸ਼ੁਰੂ ਕਰੀਏ। ਚਲੋ दिन ਦੀ शुरुआत करते हैं एक बहुत ही वधिया विचार नाल। गुरु केवल आपको शिक्षा दे सकता है, उसका उपयोग कैसे करना है या आपके ऊपर निर्भर करता है। मतलब गुरु ਤਾਂ ਸਾਨੂੰ ਰਾਹ ਦਿਖਾ ਸਕਦਾ ਹੈ, ਗਿਆਨ ਦੇ ਸਕਦਾ ਹੈ, ਪਰ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਕਿਵੇਂ ਵਰਤਣਾ ਹੈ ਇਹ ਤਾਂ ਸਾਡੇ ਤੇ ਹੀ ਹੈ ਨਾ। ਇਸੇ ਸੋਚ ਨੂੰ ਨਾਲ ਲੈ ਕੇ ਆਓ ਅੱਜ ਦੇ ਗਿਆਨ ਦੇ ਸਫ਼ਰ ਤੇ ਚੱਲੀਏ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਉਹਨਾਂ ਲੋਕਾਂ ਦੀ ਜੋ ਹਾਲ ਹੀ ਵਿੱਚ ਖਬਰਾਂ ਦੀਆਂ ਸੁਰਖੀਆਂ ਵਿੱਚ ਰਹੇ ਨੇ, ਮਤਲਬ ਕਿ ਕੁਝ ਖਾਸ ਨਿਯੁਕਤੀਆਂ ਬਾਰੇ। ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਕੌਣ ਕਿਹੜੇ ਅਹਿਮ ਅਹੁਦੇ ਤੇ ਆਇਆ ਹੈ। ਤਾਂ ਖੇਡਾਂ ਦੀ ਦੁਨੀਆ ਤੋਂ ਇੱਕ ਬਹੁਤ ਹੀ ਦਿਲਚਸਪ ਸਵਾਲ ਆ ਰਿਹਾ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਹੁਣੇ ਇੱਕ ਮਸ਼ਹੂਰ ਭਾਰਤੀ ਕ੍ਰਿਕਟਰ ਨੂੰ ਖੇਤਰੀ ਖੇਡ ਅਧਿਕਾਰੀ ਬਣਾਇਆ ਹੈ। ਥੋੜਾ ਸੋਚੋ ਇਹ ਕੌਣ ਹੋ ਸਕਦਾ ਹੈ? ਤੇ ਜਵਾਬ ਹੈ ਰਿੰਕੂ ਸਿੰਘ। ਜੀ ਹਾਂ, ਆਪਣੇ ਧਮਾਕੇਦਾਰ ਛੱਕਿਆਂ ਲਈ ਮਸ਼ਹੂਰ ਰਿੰਕੂ ਸਿੰਘ ਹੁਣ ਖੇਡ ਪ੍ਰਸ਼ਾਸਨ ਵਿੱਚ ਵੀ ਆਪਣਾ ਜੌਹਰ ਦਿਖਾਣਗੇ। ਕਮਾਲ ਦੀ ਗੱਲ ਏ। ਅਗਲਾ ਸਵਾਲ ਇੱਕ ਅਜਿਹੀ ਖਬਰ ਨਾਲ ਜੁੜਿਆ ਹੈ ਜੋ ਸਮਾਜਿਕ ਬਦਲਾਅ ਲਈ ਇੱਕ ਮੀਲ ਪੱਥਰ ਹੈ। ਨੇਪਾਲ ਵਿੱਚ ਪਹਿਲੀ ਵਾਰ ਇੱਕ ਟਰਾਂਸਜੈਂਡਰ ਮਹਿਲਾ ਸੰਸਦ ਮੈਂਬਰ ਬਣੀ ਹੈ ਤੇ ਉਹਨਾਂ ਨੇ ਇਤਿਹਾਸ ਰਚ ਦਿੱਤਾ ਹੈ। ਕੀ ਉਹਨਾਂ ਦਾ ਨਾਮ ਪਤਾ ਹੈ? ਉਹਨਾਂ ਦਾ ਨਾਮ ਹੈ ਭੂਮਿਕਾ ਸ਼੍ਰੇਸ਼ਠਾ। ਦੇਖੋ, ਇਹ ਸਿਰਫ ਨੇਪਾਲ ਲਈ ਹੀ ਨਹੀਂ ਬਲਕਿ ਪੂਰੇ ਦੱਖਣੀ ਏਸ਼ੀਆ ਵਿੱਚ ਸਮਾਨਤਾ ਤੇ ਹਰ ਕਿਸੇ ਨੂੰ ਨਾਲ ਲੈ ਕੇ ਚੱਲਣ ਦੀ ਇੱਕ ਬਹੁਤ ਵੱਡੀ ਮਿਸਾਲ ਹੈ। ਇਹ ਇੱਕ ਇਤਿਹਾਸਿਕ ਪਲ ਹੈ। ਚਲੋ ਹੁਣ ਦੇਸ਼ ਦੀਆਂ ਸਰਹੱਦਾਂ ਤੋਂ ਪਾਰ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਦੁਨੀਆ ਭਰ ਵਿੱਚ ਭਾਰਤ ਦਾ ਕੀ ਰੋਲ ਹੈ, ਯਾਨੀ ਕਿ ਗੱਲ ਕਰਾਂਗੇ ਅੰਤਰਰਾਸ਼ਟਰੀ ਸਹਿਯੋਗ ਦੀ। ਭਾਰਤ ਤੇ ਰੂਸ ਦੇ ਰਿਸ਼ਤੇ ਹਮੇਸ਼ਾ ਤੋਂ ਹੀ ਖਾਸ ਰਹੇ ਨੇ। ਹਾਲ ਹੀ ਵਿੱਚ ਦੋਵਾਂ ਦੇਸ਼ਾਂ ਨੇ ਆਪਣੇ ਭਵਿੱਖ ਦੇ ਏਜੰਡੇ ਤੇ ਗੱਲ ਕਰਨ ਲਈ ਇੱਕ ਵੱਡੀ ਕਾਨਫਰੰਸ ਕੀਤੀ। ਸਵਾਲ ਇਹ ਹੈ ਕਿ ਇਹ ਇੰਡੀਆ ਐਂਡ ਰਸ਼ੀਆ ਟੁਵਰਡਸ ਨਿਊ ਬਾਇਲੇਟਰਲ ਏਜੰਡਾ ਕਾਨਫਰੰਸ ਹੋਈ ਕਿੱਥੇ ਸੀ? ਇਹ ਕਾਨਫਰੰਸ ਹੋਈ ਸੀ ਰੂਸ ਦੀ ਰਾਜਧਾਨੀ ਮਾਸਕੋ ਵਿੱਚ। ਇਸ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਦੇਸ਼ ਆਪਣੇ ਰਣਨੀਤਿਕ ਸਬੰਧਾਂ ਨੂੰ ਹੋਰ ਵੀ ਮਜ਼ਬੂਤ ਕਰ ਰਹੇ ਨੇ। ਅੱਛਾ, ਹੁਣ ਗੱਲ ਕਰਦੇ ਹਾਂ ਰੱਖਿਆ ਸਹਿਯੋਗ ਦੀ। ਆਪਣੀ ਇੰਡੀਅਨ 에ਅਰ ਫੋਰਸ ਯਾਨੀ IAF ਇੱਕ ਦੂਜੇ ਦੇਸ਼ ਦੀ ਰਾਇਲ 에ਅਰ ਫੋਰਸ ਮਤਲਬ RAF ਦੇ ਪਾਇਲਟਾਂ ਨੂੰ ਟ੍ਰੇਨਿੰਗ ਦੇਵੇਗੀ। ਇਹ ਇੱਕ ਬਹੁਤ ਵੱਡਾ ਸਮਝੌਤਾ ਹੈ। ਕੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿਹੜਾ ਦੇਸ਼ ਹੈ? ਇਹ ਦੇਸ਼ ਹੈ ਬ੍ਰਿਟੇਨ ਯਾਨੀ UK। ਇਸ ਕਦਮ ਨਾਲ ਦੋਵਾਂ ਦੇਸ਼ਾਂ ਦੇ ਰੱਖਿਆ ਸੰਬੰਧਾਂ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਵੇਗਾ। ਦੁਨੀਆ ਦੀਆਂ ਗੱਲਾਂ ਤਾਂ ਹੋ ਗਈਆਂ, ਹੁਣ ਵਾਪਸ ਆਪਣੇ ਦੇਸ਼ ਆਉਂਦੇ ਹਾਂ ਤੇ ਦੇਖਦੇ ਹਾਂ ਕਿ ਇੱਥੇ ਕੀ ਮਹੱਤਵਪੂਰਨ ਚੱਲ ਰਿਹਾ ਹੈ, ਖਾਸ ਕਰਕੇ ਸਿਹਤ ਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ। ਦੇਖੋ, TB ਯਾਨੀ ਤਪਦਿਕ ਭਾਰਤ ਲਈ ਅੱਜ ਵੀ ਇੱਕ ਬੜੀ ਸਿਹਤ ਚੁਣੌਤੀ ਹੈ। ਹਰ ਸਾਲ ਵਿਸ਼ਵ TB ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਇਸ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ। ਤਾਂ ਸਵਾਲ ਇਹ ਹੈ ਕਿ 2026 ਦੇ ਵਿਸ਼ਵ TB ਦਿਵਸ ਦਾ ਥੀਮ ਕੀ ਸੀ ਤੇ ਇਸ ਮੌਕੇ ਕਿਹੜੀਆਂ ਖਾਸ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ? ਇਸ ਸਾਲ ਦਾ ਥੀਮ ਬਹੁਤ ਹੀ ਪੋਜ਼ਿਟਿਵ ਸੀ। ਹਾਂ, ਅਸੀਂ TB ਨੂੰ ਖਤਮ ਕਰ ਸਕਦੇ ਹਾਂ ਤੇ ਇਸ ਟੀਚੇ ਨੂੰ ਪੂਰਾ ਕਰਨ ਲਈ 3 ਵੱਡੇ ਕਦਮ ਚੁੱਕੇ ਗਏ। ਪਹਿਲਾ, TB ਮੁਕਤ ਭਾਰਤ ਐਪ ਲਾਂਚ ਕੀਤੀ ਗਈ। ਦੂਜਾ, 100 ਦਿਨਾਂ ਦਾ TB ਮੁਕਤ ਭਾਰਤ ਅਭਿਆਨ ਸ਼ੁਰੂ ਹੋਇਆ। ਤੇ ਤੀਜਾ, ਸ਼ਹਿਰੀ ਇਲਾਕਿਆਂ ਲਈ TB ਮੁਕਤ ਸ਼ਹਿਰੀ ਵਾਰਡ ਪਹਿਲ ਸ਼ੁਰੂ ਕੀਤੀ ਗਈ। ਦੇਸ਼ ਦੀ ਊਰਜਾ ਸੁਰੱਖਿਆ ਬਹੁਤ ਜ਼ਰੂਰੀ ਹੁੰਦੀ ਹੈ ਨਾ? ਇਸ ਦੇ ਲਈ ਸਰਕਾਰ ਜ਼ਮੀਨ ਦੇ ਹੇਠਾਂ ਤੇਲ ਦੇ ਵੱਡੇ ਭੰਡਾਰ ਰੱਖਦੀ ਹੈ, ਜਿਨ੍ਹਾਂ ਨੂੰ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਯਾਨੀ SPR ਕਹਿੰਦੇ ਨੇ। ਇਹ ਐਮਰਜੈਂਸੀ ਵੇਲੇ ਕੰਮ ਆਉਂਦੇ ਨੇ। ਤਾਂ ਸਵਾਲ ਇਹ ਹੈ ਕਿ ਭਾਰਤ ਵਿੱਚ ਇਹ ਭੰਡਾਰ ਕਿਹੜੀਆਂ 3 ਥਾਵਾਂ ਤੇ ਹਨ? ਯਾਦ ਰੱਖਣਾ, ਇਹ 3 ਜਗ੍ਹਾਵਾਂ ਹਨ। ਵਿਸ਼ਾਖਾਪਟਨਮ ਜੋ ਆਂਧਰਾ ਪ੍ਰਦੇਸ਼ ਵਿੱਚ ਹੈ ਤੇ ਮੰਗਲੁਰੂ ਅਤੇ ਪਾਦੁਰ ਇਹ ਦੋਵੇਂ ਕਰਨਾਟਕ ਵਿੱਚ ਹਨ। ਇਹ ਤਿੰਨੋਂ ਥਾਵਾਂ ਸਾਡੀ ਊਰਜਾ ਸੁਰੱਖਿਆ ਦੀ ਨੀਂਹ ਹਨ। ਦੇਖੋ, ਜਿਵੇਂ ਸੜਕਾਂ ਤੇ ਤੇਲ ਦੇ ਭੰਡਾਰ ਜ਼ਰੂਰੀ ਨੇ, ਉਵੇਂ ਹੀ ਦੇਸ਼ ਦੀ ਪਹਿਚਾਣ ਲਈ ਸਾਡਾ ਸੱਭਿਆਚਾਰ ਤੇ ਆਰਥਿਕਤਾ ਵੀ ਬਹੁਤ ਅਹਿਮ ਹੈ। ਚਲੋ ਹੁਣ ਕੁਝ ਗੱਲਾਂ ਕਰਦੇ ਹਾਂ ਤਿਉਹਾਰਾਂ ਤੇ ਪੈਸੇ ਥੱਲੇ ਦੀ ਦੁਨੀਆ ਦੀਆਂ। ਭਾਰਤ ਤਾਂ ਹੈ ਹੀ ਤਿਉਹਾਰਾਂ ਦਾ ਦੇਸ਼। ਹਾਲ ਹੀ ਵਿੱਚ 2 ਖਾਸ ਤਿਉਹਾਰ ਬਹੁਤ ਚਰਚਾ ਵਿੱਚ ਰਹੇ। ਇੱਕ ਤਾਂ ਹੈ ਝਾਰਖੰਡ ਦੇ ਛੋਟਾ ਨਾਗਪੁਰ ਇਲਾਕੇ ਦਾ ਮਸ਼ਹੂਰ ਸਰਹੁਲ ਤਿਉਹਾਰ ਤੇ ਦੂਜਾ ਹੈ ਗੋਆ ਦਾ ਬਹੁਤ ਹੀ ਰੰਗਲਾ ਮੁਲਗਾਓ ਕੇਲਬਾਈ ਪੇਟ ਉਤਸਵ। ਅੱਛਾ, ਹੁਣ ਇੱਕ ਖਬਰ ਫਾਈਨੈਂਸ ਦੀ ਦੁਨੀਆ ਤੋਂ। NHAI ਯਾਨੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਸੜਕਾਂ ਦੇ ਪ੍ਰੋਜੈਕਟਾਂ ਵਿੱਚ ਪੈਸਾ ਲਗਾਉਣ ਲਈ ਇੱਕ ਨਵਾਂ ਤਰੀਕਾ ਸ਼ੁਰੂ ਕੀਤਾ ਹੈ, ਜਿਸ ਨੂੰ ਇਨਵੈਸਟਮੈਂਟ ਟਰਸਟ ਕਹਿੰਦੇ ਨੇ।
ਤਾਂ ਸਵਾਲ ਇਹ ਹੈ ਕਿ ਇਸ ਨੂੰ ਕਿਹੜੇ ਸਟਾਕ ਐਕਸਚੇਂਜ ਤੇ ਲਿਸਟ ਕੀਤਾ ਗਿਆ ਹੈ। ਇਸ ਦਾ ਸਹੀ ਜਵਾਬ ਹੈ ਬੌਂਬੇ ਸਟਾਕ ਐਕਸਚੇਂਜ ਯਾਨੀ BSE। ਤੇ ਇੱਕ ਮਜ਼ੇ ਦੀ ਗੱਲ ਦੱਸਾਂ, ਇਹ ਏਸ਼ੀਆ ਦਾ ਸਭ ਤੋਂ ਪੁਰਾਣਾ ਸਟਾਕ ਐਕਸਚੇਂਜ ਵੀ ਹੈ। ਚਲੋ ਜੀ, ਹੁਣ ਵਾਰੀ ਹੈ ਇੱਕ ਤੇਜ਼ ਤਰਾਰ ਰਾਊਂਡ ਦੀ। ਇਹ ਹੈ ਸਾਡਾ ਸਟੈਟਿਕ ਜੀਕੇ ਦਾ ਲਾਈਟਨਿੰਗ ਰਾਊਂਡ। ਦੇਖਦੇ ਹਾਂ ਕਿੰਨੀਆਂ ਗੱਲਾਂ ਯਾਦ ਨੇ। ਤਿਆਰ ਹੋ ਤਾਂ ਫਿਰ ਸ਼ੁਰੂ ਕਰਦੇ ਹਾਂ। ਬੰਗਾਲ ਦਾ ਸੋਗ, ਦਾਮੋਦਰ ਨਦੀ। ਮਧੁਬਨੀ ਪੇਂਟਿੰਗ ਕਿੱਥੋਂ ਦੀ ਹੈ? ਬਿਹਾਰ। BSE ਕਦੋਂ ਬਣਿਆ? 1875 ਵਿੱਚ। ਤੇ ਆਖਰੀ, ਵਿਸ਼ਵ TB ਦਿਵਸ ਕਦੋਂ ਮਨਾਇਆ ਜਾਂਦਾ ਹੈ? 24 ਮਾਰਚ। ਸ਼ਾਬਾਸ਼। ਜਿਵੇਂ ਆਪਾਂ ਸ਼ੁਰੂ ਵਿੱਚ ਕਿਹਾ ਸੀ, ਗਿਆਨ ਹੀ ਸ਼ਕਤੀ ਹੈ। ਅੱਜ ਜਿੰਨਾ ਵੀ ਕੁਝ ਨਵਾਂ ਸਿੱਖਿਆ, ਉਸ ਦੀ ਵਰਤੋਂ ਕਿਵੇਂ ਕਰਨੀ ਹੈ, ਇਹ ਹੁਣ ਸਾਡੇ ਤੇ ਹੈ। ਇਸ ਲਈ ਸੋਚਦੇ ਰਹੋ, ਸਿੱਖਦੇ ਰਹੋ ਤੇ ਆਪਣੇ ਗਿਆਨ ਨਾਲ ਅੱਗੇ ਵਧਦੇ ਰਹੋ। ਅਗਲੀ ਵਾਰ ਫਿਰ ਮਿਲਾਂਗੇ। ਧੰਨਵਾਦ।